हस्त खेलत तेरे देवरे आया। अगला व्यंग। भाई गुरचरण सिंह जिਉਣਵਾਲਾ ने पंजाब के एक अत्यंत ਵੱਡੇ सरकारी अहुदे तो रिटायर होए अफसर सरदार मनधीर सिंह, ये कल्पित नाम है, नाल मुलाकात करन दी सलाह बना लई। कनेडा तो पंजाब विच आके दोबारा फोन मिलाया, गलबात हुई। 21/8/2010 वाले दिन 11 ਵਜੇ ਮਿਲਣ ਦਾ ਸਮਾਂ ਨਿਸ਼ਚਿਤ ਹੋ ਗਿਆ। ਸਾਨੂੰ ਦੋਵਾਂ ਨੂੰ ਚਾਅ ਚੜ੍ਹ ਗਿਆ ਕਿ ਇੰਨੇ ਵੱਡੇ ਜਾਂ ਮਹਾਨ ਹਸਤੀ ਸਿੱਖ ਅਫਸਰ ਨੂੰ ਅਸੀਂ ਮਿਲਣ ਚੱਲੇ ਹਾਂ। ਕੋਈ ਛੋਟੀ ਗੱਲ ਨਹੀਂ ਹੈ। ਸਾਡਾ ਉਤਸ਼ਾਹ ਇੰਨਾ ਵਧਿਆ ਕਿ ਮਿਲਣ ਦਾ ਸਮਾਂ 11 ਵਜੇ ਦਾ ਨਿਯਤ ਹੋਇਆ ਸੀ। ਅਸੀਂ ਉਸ ਦੀ ਕੋਠੀ ਅੱਗੇ 10 ਵਜੇ ਹੀ ਪਹੁੰਚ ਗਏ। ਘੰਟੀ ਵਜਾਈ ਤਾਂ ਨੌਕਰ ਬਾਹਰ ਆਇਆ। ਅਸੀਂ ਉਸ ਨੂੰ ਆਪਣੇ ਆਉਣ ਦਾ ਅਤੇ ਮਨਧੀਰ ਸਿੰਘ ਨੂੰ ਮਿਲਣ ਦਾ ਸਮਾਂ ਲਿਆ ਹੋਇਆ ਦੱਸਿਆ। ਨੌਕਰ ਨੇ ਅੰਦਰ ਜਾ ਕੇ ਸਰਦਾਰ ਜੀ ਤੋਂ ਪੁੱਛਗਿੱਛ ਕੀਤੀ ਤੇ ਵਾਪਸ ਆ ਕੇ ਸਾਨੂੰ ਕਹਿਣ ਲੱਗਿਆ, ਸਰਦਾਰ ਜੀ ਨੇ ਤੁਹਾਨੂੰ 11 ਵਜੇ ਦਾ ਟਾਈਮ ਦਿੱਤਾ ਹੈ ਜੀ, ਠੀਕ 11 ਵਜੇ ਹੀ ਤੁਹਾਨੂੰ ਮਿਲਣਗੇ। ਅਸੀਂ ਮਾਯੂਸ ਜਿਹੇ ਹੋ ਕੇ ਵਾਪਸ ਪਰਤ ਗਏ। ਨੇੜੇ ਇੱਕ ਟੈਕਸੀ ਸਟੈਂਡ ਸੀ। ਉਹਨਾਂ ਡਰਾਈਵਰ ਭਾਈਆਂ ਨਾਲ ਗੱਲਾਂ ਬਾਤਾਂ ਕੀਤੀਆਂ। ਕਿਤਾਬਾਂ ਦਾ ਇੱਕ ਸੈੱਟ ਉਹਨਾਂ ਨੂੰ ਦਿੱਤਾ। ਕਾਫੀ ਸਾਰੀਆਂ ਸੀਡੀਜ਼ ਦਿੱਤੀਆਂ। ਇਉਂ ਅੱਧਾ ਘੰਟਾ ਬਿਤਾ ਕੇ ਠੀਕ 11 ਵਜੇ ਫਿਰ ਉਸ ਦੀ ਕੋਠੀ ਪਹੁੰਚ ਗਏ। ਐਤਕੀ ਦਰਵਾਜ਼ਾ ਤਾਂ ਖੁੱਲ੍ਹ ਗਿਆ, ਪਰ ਭਾਈ ਮਨਧੀਰ ਸਿੰਘ ਅੱਧਾ ਘੰਟਾ ਤਿਆਰ ਹੁੰਦਾ ਰਿਹਾ। ਸਾਡੇ ਕੋਲ 11:30 ਤੇ ਆਇਆ। 1 ਘੰਟਾ ਲਗਾਤਾਰ ਆਪਣੇ ਆਪ ਬਾਰੇ ਸਾਨੂੰ ਗੱਲਾਂ ਸੁਣਾਉਂਦਾ ਰਿਹਾ। ਮੇਰੀ ਪੋਸਟ ਕਿੰਨੀ ਸਤਿਕਾਰਯੋਗ ਸੀ, ਕਿਵੇਂ ਲੋਕੀ ਹੱਥ ਬੰਨ੍ਹੀ ਮੇਰੇ ਅੱਗੇ ਖਲੋਤੇ ਰਹਿੰਦੇ ਸੀ, ਸਰਕਾਰ ਵਿੱਚ ਮੇਰੀ ਕਿੰਨੀ ਪੁੱਛ ਪ੍ਰਤੀਤ ਸੀ, ਮੇਰੇ ਬੱਚੇ ਬਹੁਤ ਵੱਡੀਆਂ ਨੌਕਰੀਆਂ ਤੇ ਲੱਗ ਚੁੱਕੇ ਹਨ, ਵਗੈਰਾ ਵਗੈਰਾ। ਆਪਣੇ ਮੂੰਹੋਂ ਆਪਣੀਆਂ ਡੀਂਗਾਂ ਆਪ ਹੀ ਸਾਨੂੰ ਸੁਣਾਉਂਦਾ ਰਿਹਾ। ਹੈ ਤਾਂ ਭਾਵੇਂ ਸੱਚ ਸਨ ਇਹ ਗੱਲਾਂ, ਉਹ ਵੱਡੇ ਅਹੁਦਿਆਂ ਤੇ ਰਿਹਾ ਸੀ, ਪਰ ਆਪਣੇ ਮੂੰਹੋਂ ਇਹ ਆਪਣੀ ਹੀ ਪ੍ਰਸ਼ੰਸਾ ਦੀਆਂ ਗੱਲਾਂ ਸੁਣਾਉਣੀਆਂ ਕੋਈ ਸ਼ੋਭਾ ਨਹੀਂ ਦਿੰਦੀਆਂ। ਇੱਥੇ ਅਸੀਂ ਕੁਝ ਹੋਰ ਮਸਲੇ ਵਿਚਾਰਨ ਆਏ ਸਾਂ। ਮੋਹਾਲੀ ਵਿੱਚ ਇਸ ਦੀ 500 ਗਜ ਦੇ ਖੁੱਲ੍ਹੇ ਥਾਂ ਵਿੱਚ 3 ਮੰਜ਼ਲੀ ਆਲੀਸ਼ਾਨ ਕੋਠੀ ਬਣੀ ਹੋਈ ਹੈ। ਘਰ ਵਿੱਚ ਬੜੇ ਮਹਿੰਗੇ 2 ਕੁੱਤੇ ਰੱਖੇ ਹੋਏ ਹਨ ਤੇ 2 ਹੀ ਨੌਕਰ ਨੇ। ਜਦੋਂ ਅਸੀਂ ਪੁੱਛਿਆ ਕਿ ਤੁਸੀਂ ਸਾਡੇ ਆਉਣ ਤੋਂ ਪਹਿਲਾਂ ਕਿਸੇ ਨਾਲ ਮੀਟਿੰਗ ਕਰ ਰਹੇ ਸੀ, ਕਹਿਣ ਲੱਗਿਆ, ਨਹੀਂ, ਮੈਂ ਆਪਣੀ ਬਗੀਚੀ ਵਿੱਚ ਟਹਿਲ ਰਿਹਾ ਸੀ। ਨਾਲੇ ਮੇਰਾ ਟਾਈਮ ਪੱਕਾ ਹੁੰਦਾ ਹੈ। ਜਿੰਨੇ ਵਜੇ ਕਿਸੇ ਨੂੰ ਵਕਤ ਦਿੱਤਾ ਹੈ ਉਤਨੇ ਸਮੇਂ ਤੇ ਹੀ ਮਿਲਣਾ ਹੁੰਦਾ ਹੈ, ਭਾਵੇਂ ਮੈਂ ਵਿਹਲਾ ਹੀ ਕਿਉਂ ਨਾ ਹੋਵਾਂ। ਮੈਂ ਪੁੱਛਿਆ ਕਿ ਫਿਰ ਹੁਣ ਤੁਸੀਂ 11 ਵਜੇ ਦੀ ਥਾਂ 11:30 ਤੇ ਕਿਉਂ ਆਏ ਹੋ? ਅੱਧਾ ਘੰਟਾ ਲੇਟ ਕਿਉਂ ਹੋਏ? ਮੈਂ ਕਿਹਾ, ਅਸੀਂ ਤਾਂ ਪਟਿਆਲੇ ਤੋਂ ਤਿਆਰ ਹੋ ਕੇ ਤੁਹਾਡੇ ਕੋਲ ਪਹੁੰਚ ਗਏ ਹਾਂ। ਪਹਿਲਾਂ ਵਕਤ ਲਿਆ ਸੀ, ਤੁਸੀਂ ਵਿਹਲੇ ਟਹਿਲ ਰਹੇ ਸੀ। ਆਪਣੇ ਹੀ ਘਰ ਵਿੱਚ ਆਪਣੇ ਦਿੱਤੇ ਵਕਤ ਤੇ ਮਿਲਣ ਤੋਂ ਲੇਟ ਕਿਉਂ? ਆਖਣ ਲੱਗਿਆ, ਇਹ ਮੇਰਾ ਮਸਲਾ ਹੈ, ਤੁਸੀਂ ਦੱਸੋ ਕਿਵੇਂ ਆਉਣਾ ਹੋਇਆ ਹੈ। ਤੁਹਾਡੀ ਇਸ ਗੱਲ ਦਾ ਮੈਂ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ। ਮੈਂ ਬੇਨਤੀ ਕੀਤੀ, ਵੀਰ ਜੀ, ਨਾ ਅਸੀਂ ਕਿਸੇ ਬੱਚੇ ਨੂੰ ਨੌਕਰੀ ਦੀ ਸਿਫਾਰਿਸ਼ ਕਰਾਉਣ ਵਾਸਤੇ ਆਏ ਹਾਂ, ਨਾ ਕੋਈ ਬੱਸਾਂ ਵਾਸਤੇ ਰੂਟ ਪਰਮਿਟ ਤੇ ਨਾ ਗੈਸ ਏਜੰਸੀ ਦਾ ਲਾਇਸੈਂਸ ਲੈਣ ਆਏ ਹਾਂ। ਅਸੀਂ ਤਾਂ ਗੁਰਮਤ ਬਾਰੇ ਤੁਹਾਡੇ ਨਾਲ ਕੁਝ ਵਿਚਾਰਾਂ ਕਰਨ ਆਏ ਸੀ। ਤੁਹਾਨੂੰ ਦਿਲਚਸਪੀ ਨਹੀਂ ਹੈ ਤਾਂ ਅਸੀਂ ਚਲੇ ਜਾਂਦੇ ਹਾਂ। ਗਰਮੀ ਜਿਹੇ ਰਸਮੀ ਜਿਹੇ ਢੰਗ ਨਾਲ ਉਸਨੇ 5 ਮਿੰਟ ਹੋਰ ਬੈਠਣ ਨੂੰ ਕਿਹਾ। ਅਸੀਂ ਰੁਕ ਗਏ। ਇਤਨੇ ਵਿੱਚ ਉਹ ਸਰਦਾਰ ਜੀ ਆਪਣੀਆਂ ਲਿਖੀਆਂ ਕਿਤਾਬਾਂ ਦਾ ਸੈੱਟ ਲੈ ਆਇਆ। ਇੱਕ ਸੈੱਟ ਮੈਨੂੰ ਦੇ ਕੇ ਕਹਿਣ ਲੱਗਾ, ਕਿਤਾਬਾਂ ਦੀ ਛਪਾਈ ਤੇ ਟਾਈਪ ਕਰਨ ਤੇ ਖਰਚਾ ਬਹੁਤ ਹੁੰਦਾ ਹੈ। ਇਹ ਪੂਰਾ ਕਿਵੇਂ ਹੋ ਸਕਦਾ ਹੈ? ਮੇਰਾ ਤਾਂ ਬਹੁਤ ਖਰਚਾ ਹੋ ਗਿਆ ਇਹਨਾਂ ਕਿਤਾਬਾਂ ਤੇ। ਮੈਂ ਆਖਿਆ, ਵੀਰ ਮਨਧੀਰ ਸਿੰਘ ਜੀ, ਤੁਸੀਂ ਭਾਰਤ ਵਿਚਲੀਆਂ ਸਭ ਤੋਂ ਉੱਚੀਆਂ ਸਰਕਾਰੀ ਪੋਸਟਾਂ ਤੇ ਰਹੇ ਹੋ। ਉਹਨਾਂ ਪੋਸਟਾਂ ਤੇ ਲੱਗੇ ਅਫਸਰਾਂ ਦੀਆਂ ਤਨਖਾਹਾਂ ਹੀ ਲੱਖਾਂ ਰੁਪਇਆਂ ਵਿੱਚ ਹੁੰਦੀਆਂ ਨੇ। 2 ਨੰਬਰ ਵਾਲੀ ਤਾਂ ਭਾਵੇਂ ਗੱਲ ਨਾ ਹੀ ਕਰੀਏ। ਸਰਕਾਰੀ ਕੋਠੀਆਂ, ਸਰਕਾਰੀ ਗੱਡੀਆਂ, ਸਰਕਾਰੀ ਪਹਿਰੇਦਾਰ, ਸਰਕਾਰ ਹੋਰ ਬੇਅੰਤ ਨੌਕਰ ਚਾਕਰ ਤੁਹਾਨੂੰ ਦੇ ਦਿੰਦੀ ਹੈ ਤੇ ਸਾਰੀ ਤਨਖਾਹ ਤੁਹਾਡੀ ਬਚਤ ਹੁੰਦੀ ਰਹਿੰਦੀ ਹੈ। ਤੁਹਾਡੀ ਆਹ ਕੋਠੀ ਖੁਦ ਰਾਹਗੀਰਾਂ ਨੂੰ ਦੱਸ ਰਹੀ ਹੈ ਕਿ ਕਿੰਨੀ ਮੁੱਲਵਾਨ ਹੈ। ਸਾਨੂੰ ਅੰਦਰ ਆ ਕੇ ਤਾਂ ਪਤਾ ਲੱਗ ਹੀ ਗਿਆ ਕਿ ਤੁਸੀਂ ਆਪਣੀਆਂ ਕਿਤਾਬਾਂ ਦਾ ਖਰਚਾ
पूरा कर सकते हो कि नहीं कर सकते। मनधीर सिंह बोलिया, नहीं नहीं, अजिही कोई गल नहीं, मैं इतना मालदार नहीं हाँ। बच्चों की पढ़ाई कराई, बच्चों के ब्याह किए, आ प्लाट खरीदिया, फिर आ कोठी पाई, सारे पैसे खर्च हो गए। ये तो भला होवे। संत निधान सिंह का कल्पित नाम है। संत निधान सिंह जी का, जिन्हों ने किताबां छपाउण वास्ते मेरी मदद कर दी। मैं उसनों आख्या, पहला ही मैं तुहाडीआं किताबां पढ़ चुकिया हाँ। जिन्हां साधां तो तुसीं सहायता लई है, उन्हां नूं भी मैं मिल चुकिया हाँ, नेड़ियों वेख्या होया है। तुसीं गुरु साहिबान की वडियाई उतनी नहीं कीती जितनी उन्हां साधां दी कीती है। तुसीं सिर्फ किताबां की छपाई जोगे उन्हां तो पैसे लैके सच तो मूँह मोड़ लिया है। अपना ईमान साधां दे पैरां विच रख दिता। वाह वीर जी वाह, कि इहो ही है तुहाडी अणख ते इहो ही है तुहाडी जमीर। मनधीर सिंह बोलिया, मुश्किल यह है कि सिखां नूं किताबां पढ़न की रुचि ही नहीं है, की करिए। मैं जवाब दिता, वीर जीओ, गलती पाठकों की घट उपरले चौधरियां की ज़्यादा है। श्रोमणी कमेटी ਅਤੇ ਦਿੱਲੀ कमेटी वर्गियां ਵੱਡੀਆਂ संस्थावां ਵਧੀਆ किताबां ਵੱਡੇ ਪੱਧਰਾਂ ਤੇ खुद ਛਪਾਉਂਦੀਆਂ, वाजिब रेटां ਤੇ लोगों तक पहुँचाउंदियां। फिर तो लोगों ने किताबां पढ़नियां सी। अगली गल, लिखारी बड़े ने, पर हीर रांझा, सस्सी पुन्नू, मिर्जा साहिबां वगैरह दियां लुचपने वालियां बथेरियां किताबां उन्हां लिखारियां वल्लों लिखियां गईयां ने। मनोकल्पित नावल, कहानियां, नाटक आदि लिख के ढेर ला दिते ने। लोगों के मसले सीधे ढंग नाल उभारन वाली, सोचण लई मजबूर करन वाली, बर्फ विच लग चुके जज्बिਆਂ ਨੂੰ उबाला देण वाली कोई विरली किताब होवेगी। वरना कोई रूस के गुण गाउंदा लिखारी है, कोई चीन की डौंडी पिटदा दिसदा है, कोई औखी भाषा, बहुता मुੱਲ, मनुखी उमंगां तो दूर वाली किताब सानू पढ़न वास्ते दिंदा है। इहो जिहियां किताबां भला कोई काहनूं पढ़ेगा। रही तुहाडीआं किताबां की गल, मैं तुहाडीआं कई किताबां पढ़ चुकिया हाँ। इन्हां विच कोई नवीनता नहीं है, सिੱਖੀ सिद्धांत स्पष्ट नहीं है। गुरबाणी वल्लों तुसीं अणजाण हो, सिखां दे मसले उठाउण तो डरदे हो। साधां दी प्रशंसा वालियां किताबां खरीद के कोई क्यों पढ़ेगा। मैनू किताबां छपाउण वास्ते साधां दे तरले नहीं करने पए, सिद्धांतां नूं पिठ नहीं देनी पई। खुद मैं लिखियां, खुद छपाइयां ते खुद ही मैं आप वेचियां। मैनू ये शिकवा नहीं रहा कि लोकी किताबां नहीं पढ़ते। मेरियां किताबां तां वीर जीओ लोकी बहुत पढ़ते ने। मनधीर सिंह दे मत्थे विच त्योड़ी पै गई। आवाज़ विच कठोरता सुनाई देण लगी। बार बार वो घड़ी वल वेखण लग पिया। असीं समझ चुके सी। अपना मूँह सा लैके गेट तो बाहर निकल गए, पर उसका मूँह भी विंगा टेढ़ा असीं कर आए। सोचिया सी धर्म प्रचार दे एक सेंटर का खर्चा ये भाई जरूर चुकेगा। वड्डे अहुदे तो रिटायर होया है, मालदार असामी है, पर वो तो किसी होर ही मिट्टी का बनिया होया निकलिया। हुण कई साल मगरों लिखण लग्गिया कदी कदी गुरबाणी दीयां पंक्तियां दे अर्थ मैथों जरूर पुछ लैंदा है। बाकी वो अपने राजी, मैं अपने राजी। ਤੇ ਉਸ ਤੋਂ ਬਾਅਦ ਫਿਰ ਮੁਲਾਕਾਤ ਉਸ ਨਾਲ ਕਦੇ ਵੀ ਨਹੀਂ ਹੋਈ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਭਰਾ ਮਿਲਦੇ ਰਹੇ ਨੇ, ਜਿਨ੍ਹਾਂ ਨਾਲ ਕੌੜੇ ਮਿੱਠੇ ਤਜਰਬੇ ਸਾਂਝੇ ਹੁੰਦੇ ਰਹੇ ਨੇ। ਆਖੋ ਸਤਨਾਮ।